देखो ਜਿਹੜੇ मैडम भट्टी है हल्का इंचार्ज रहे थोड़ी वोटां तो ही हारे ਸੀਗੇ ਇਲੈਕਸ਼ਨ ਵਿੱਚ ਵੀ ਉਹਦੇ ਬਾਵਜੂਦ ਵੀ ਸ਼ਹਿਰ ਨਾਲ ਉਹਨਾਂ ਦਾ ਕੋਈ ਚੰਗਾ ਸਲੂਕ ਨਹੀਂ ਰਿਹਾ ਹੈਗਾ। ਜਿਸ ਪਾਵਰ ਦੇ ਵਿੱਚ ਉਹ 4 ਸਾਲ 4.5 ਸਾਲ ਪਿਛਲੇ ਲਗਾਤਾਰ 5 ਸਾਲ ਹੀ ਲਗਾ ਲਓ ਉਹ ਹਲਕਾ ਇੰਚਾਰਜ ਨੇ ਤਾਂ ਉਸ ਹਿਸਾਬ ਨਾਲ ਅਗਰ ਉਹ ਚਾਹੁੰਦੇ ਤਾਂ ਆਪਣੀ ਸਰਕਾਰ ਤੋਂ ਬੁਲਾਡੇ ਵਾਸਤੇ ਬਹੁਤ ਕੁਝ ਕਰ ਸਕਦੇ ਸੀ। ਤਾਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਣ ਨੂੰ ਮਿਲਿਆ ਵੀ ਇੱਕ ਸੰਭਾਵੀ ਉਮੀਦਵਾਰ ਹੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਰੱਖਿਆ ਹੈ, ਆਪਣਾ ਰਿਕਸ਼ਾ ਲਾ ਕੇ ਸਪੀਕਰ ਲਾ ਕੇ ਪਹਿਲੀ ਵਾਰੀ ਹੋਏ ਕਾਂਗਰਸ ਕਲਚਰ ਦਾ ਪਹਿਲੀ ਵਾਰੀ ਗੱਲ ਹੋਈ ਹੈ। ਬੁੱਧਰਾਮ ਜੀ ਬਹੁਤ ਹੀ ਪੜ੍ਹੇ ਲਿਖੇ ਰਿਟਾਇਰ ਪ੍ਰਿੰਸੀਪਲ ਰਹੇ ਨੇ ਤੇ ਬਹੁਤ ਵਧੀਆ ਪਾਰਟੀ ਦੇ ਵਿੱਚ ਉਹ ਜਿੱਤੇ ਸੀਗੇ। ਮੇਰੇ ਖਿਆਲ ਨਾਲ ਉਹ ਆਪਣੇ ਆਪ ਨੂੰ ਹੁਣ ਵੀ ਪ੍ਰਿੰਸੀਪਲ ਹੀ ਸਮਝਦੇ ਨੇ ਵੀ ਮੈਨੇ ਸਵਾਲ ਹੀ ਪੁੱਛਣਾ ਹੈ। ਹੁਣ ਉਹ ਪ੍ਰਿੰਸੀਪਲ ਨਹੀਂ ਹੈ, ਹੁਣ ਉਹ MLA ਹਨ। ਤੇ ਨਿਸ਼ਾਨ ਸਿੰਘ ਜੀ ਦੀ ਪਾਰਟਿਕੂਲਰ ਗੱਲ ਇਹ ਸੀ ਵੀ ਜਦੋਂ ਮੈਂ MLA ਬਣ ਜਾਊਂਗਾ ਤਾਂ ਮੈਂ ਬੁਲਾਡੇ ਵਿੱਚ ਇੱਕ ਹਸਪੀਟਲ ਖੋਲੂੰਗਾ। ਤੇ ਤੁਹਾਨੂੰ ਲੱਗਦਾ ਕੀ ਹੁਣ ਕਿਹੜੀ ਪਾਰਟੀ ਸੰਵਾਰ ਸਕਦੀ ਹੈ ਬੁਢਲਾਡੇ ਸ਼ਹਿਰ ਦੀ ਕਾਇਆ? ਬੁਢਲਾਡੇ ਸ਼ਹਿਰ ਦੀ ਕਾਇਆ ਬੁਢਲਾਡੇ ਦੇ ਲੋਕ ਹੀ ਸੰਵਾਰ ਸਕਦੇ ਹਨ, ਕੋਈ ਪਾਰਟੀ ਨਹੀਂ ਸੰਵਾਰ ਸਕਦੀ। ਲੋਕਾਂ ਨੂੰ ਹੀ ਅੱਗੇ ਆਉਣਾ ਪੈਣਾ ਹੈ। ਜਿਸ ਤਰ੍ਹਾਂ ਪਹਿਲਾਂ ਵੀ ਨਗਰ ਸੁਧਾਰ ਸਭਾ ਨੇ ਕਾਫੀ ਕੰਮ ਕੀਤੇ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਦੇਵ ਕਮਲ ਤੇ ਤੁਸੀਂ ਜੁੜੇ ਹੋ ਬੁਢਲਾਡਾ ਸਿਟੀ ਰੇਡੀਓ ਤੇ। ਦੋਸਤੋ ਮੇਰੇ ਨਾਲ ਅੱਜ ਇੱਕ ਖਾਸ ਸ਼ਖਸ ਨੇ ਜਿਹੜੇ ਕਿ ਇੱਕ ਧਾਰਮਿਕ ਸੰਸਥਾ ਦੇ ਨਾਲ ਵੀ ਜੁੜੇ ਹੋਏ ਨੇ ਔਰ ਰਾਜਨੀਤਿਕ ਐਕਟੀਵਿਟੀਜ਼ ਦੇ ਵਿੱਚ ਵੀ ਉਹ ਹਮੇਸ਼ਾ ਜਿਹੜਾ ਹੈ ਉਹ ਇਨਵੋਲਵ ਰਹਿੰਦੇ ਨੇਗੇ। ਤਾਂ ਮੇਰੇ ਨਾਲ ਨੇ ਜੀ ਹਰਸ਼ਵਰਧਨ ਸ਼ਰਮਾ ਜੀ। ਜੈ ਸ਼੍ਰੀ ਰਾਮ ਜੀ। ਹਰਸ਼ਵਰਧਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ। ਤੇ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਜੀ, ਪੂਰੀ ਸਰਗਰਮੀ ਹਰ ਪਾਰਟੀ ਆਪਣੇ ਲੈਵਲ ਤੇ ਕਰ ਰਹੀ ਹੈਗੀ ਔਰ ਗੱਜ ਵੱਜ ਕੇ ਕਰ ਰਹੇ ਨੇ ਸਾਰੇ ਉਮੀਦਵਾਰ ਆਪਣੇ ਲੈਵਲ ਤੇ ਪ੍ਰਚਾਰ, ਚਾਹੇ ਕੋਈ ਵੀ ਪਾਰਟੀ ਹੋਵੇ। ਤਾਂ ਤੁਸੀਂ ਇਸ ਰਾਜਨੀਤਿਕ ਸਮੀਕਰਨ ਬਾਰੇ ਕੀ ਕਹਿਣਾ ਚਾਹੋਗੇ? ਕੀ ਕਹਿੰਦੇ ਨੇ ਸਾਡੇ ਆਪਣੇ ਸ਼ਹਿਰ ਦੇ ਹਾਲਾਤ? ਦੇਖੋ ਜ਼ਿਆਦਾ ਰਾਜਨੀਤੀ ਬਾਰੇ ਤਾਂ ਮੈਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈ, ਪਰੰਤੂ ਜੋ ਸ਼ਹਿਰ ਦਾ ਤਾਣਾ ਬਾਣਾ ਹੈ ਰਾਜਨੀਤਿਕ ਤੌਰ ਦੇ ਉੱਤੇ ਉਹ ਆਪਾਂ ਸਾਰੇ ਜਾਣਦੇ ਹਾਂ ਵੀ ਸਾਡਾ ਜਿਹੜਾ ਸ਼ਹਿਰ ਹੈ ਬਹੁਤ ਹੀ ਜ਼ਿਆਦਾ ਪਿਛੜਿਆ ਹੋਇਆ ਹੈ। ਇਹੀ ਸ਼ਹਿਰ ਦੇ ਹਾਲਾਤ 3-4 ਸਾਲ ਪਹਿਲਾਂ ਸ਼ਹਿਰ ਨੇ ਦੰਸ਼ ਵੀ ਝੇਲਿਆ। ਇੱਕ ਇਹਨਾਂ ਵਿਕਾਸ ਕਾਰਜਾਂ ਕਰਕੇ, ਇਸੇ ਰੌਲੇ ਰੱਪੇ ਕਰਕੇ ਇੱਕ ਬੰਦੇ ਦੀ, ਪ੍ਰਧਾਨ ਦੀ ਉਹ ਡੈਥ ਵੀ ਹੋਈ। ਤਾਂ ਇੰਨੀ ਜ਼ਿਆਦਾ ਮਾਨਸਿਕਤਾ ਤਈਓ ਹੀ ਹੈ ਵੀ ਕਿਉਂਕਿ ਸਾਡੇ ਸ਼ਹਿਰ ਜਿਹੜਾ ਹੈਗਾ ਇਹਦਾ ਕੋਈ ਵਿਕਾਸ ਨਹੀਂ ਹੈ। ਹਰ ਇਲੈਕਸ਼ਨ ਵਿਕਾਸ ਦੇ ਨਾਂ 'ਤੇ ਹੀ ਲੜਿਆ ਜਾਂਦਾ, ਪਰ ਕਿਤੇ ਨਾ ਕਿਤੇ ਜਿਹੜੇ ਵੋਟਰ ਹੁੰਦੇ ਨੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹੈ ਜਦੋਂ ਉਹ ਵੋਟਾਂ ਪਾ ਹਟਦੇ ਹੈ ਜੀ। ਤਾਂ ਮੇਰਾ ਤਾਂ ਇਹੀ ਹੈ ਵੀ ਸ਼ਹਿਰ ਨੂੰ ਚੰਗਾ ਵਿਕਾਸ ਹੋਣਾ ਚਾਹੀਦਾ, ਸ਼ਹਿਰ ਵਾਸਤੇ ਤਰੱਕੀ ਹੋਣੀ ਚਾਹੀਦੀ ਹੈ। ਜੋ ਵੀ ਕੋਈ MLA ਚੁਣਿਆ ਜਾਵੇ ਉਹ ਸ਼ਹਿਰ ਬਾਰੇ ਧਿਆਨ ਦੇਵੇ ਜੀ। ਸ਼ਹਿਰ ਦੇ ਵਿੱਚ ਵਿਕਾਸ ਹੋਣਾ ਚਾਹੀਦਾ, ਸ਼ਹਿਰ ਦੀ ਤਰੱਕੀ ਹੋਣੀ ਚਾਹੀਦੀ, ਬਿਲਕੁਲ ਸਾਰੇ ਇਹੀ ਚਾਹੁੰਦੇ ਨੇ। ਲੇਕਿਨ ਸ਼ਰਮਾ ਜੀ, ਜਿਸ ਤਰ੍ਹਾਂ ਕਿ 4 ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਸਾਡੇ ਸ਼ਹਿਰ ਦੇ ਵਿੱਚ ਸਿੱਧੇ ਤੌਰ 'ਤੇ ਅਗਰ ਆਪਾਂ ਗੱਲ ਕਰ ਰਹੀਏ, ਕਾਂਗਰਸ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਹੈ ਔਰ ਦੂਸਰੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਉਸ ਤੋਂ ਪਹਿਲਾਂ MLA ਰਹੇ ਨੇ, ਔਰ ਇਸ ਤੋਂ ਇਲਾਵਾ BJP ਔਰ ਸਾਡੇ ਮੌਜੂਦਾ MLA ਆਮ ਆਦਮੀ ਪਾਰਟੀ ਦੇ ਨੇ। 4 ਮੁੱਖ ਜਿਹੜੀਆਂ ਪਾਰਟੀਆਂ ਨੇ ਉਹ ਸਾਡੇ ਸ਼ਹਿਰ ਦੇ ਵਿੱਚ ਸਰਗਰਮ ਨੇ ਕਹਿ ਸਕਦੇ ਹਾਂ। ਤਾਂ ਇਹਨਾਂ 4 ਪਾਰਟੀਆਂ ਦੇ ਤੁਹਾਨੂੰ ਕੀ ਲੱਗਦਾ ਹੈ ਕਿਸ ਲੈਵਲ 'ਤੇ ਕੀ ਰੋਲ ਰਿਹਾ? ਅਗਰ ਪਹਿਲਾਂ ਆਪਾਂ ਗੱਲ ਕਰ ਰਹੀਏ ਸਾਡੀ ਸੱਤਾਧਾਰੀ ਪਾਰਟੀ ਕਾਂਗਰਸ ਪਾਰਟੀ ਹੈ, ਇਹਦੇ ਹਲਕਾ ਇੰਚਾਰਜ ਜਿਹੜੇ ਕਿ ਉਹ ਵੀ ਇੱਕ MLA ਦੀ ਪਾਵਰ ਹੀ ਰੱਖਦੇ ਨੇ, ਤੁਹਾਨੂੰ ਕੀ ਲੱਗਦਾ ਕੀ ਰੋਲ ਰਿਹਾ ਸ਼ਹਿਰ ਦੇ ਵਿੱਚ ਉਹਨਾਂ ਦਾ? ਦੇਖੋ ਜਿਹੜੇ ਮੈਡਮ ਭੱਟੀ ਹੈ ਹਲਕਾ ਇੰਚਾਰਜ ਰਹੇ ਥੋੜੀ ਵੋਟਾਂ ਤੋਂ ਹੀ ਉਹ ਹਾਰੇ ਸੀਗੇ ਇਲੈਕਸ਼ਨ ਵਿੱਚ ਵੀ, ਉਹਦੇ ਬਾਵਜੂਦ ਵੀ ਸ਼ਹਿਰ ਨਾਲ ਉਹਨਾਂ ਦਾ ਕੋਈ ਚੰਗਾ ਸਲੂਕ ਨਹੀਂ ਰਿਹਾ ਹੈਗਾ। ਜਿਸ ਪਾਵਰ ਦੇ ਵਿੱਚ ਉਹ 4 ਸਾਲ 4.5 ਸਾਲ ਪਿਛਲੇ ਲਗਾਤਾਰ 5 ਸਾਲ ਹੀ ਲਗਾ ਲਓ ਉਹ ਹਲਕਾ ਇੰਚਾਰਜ ਨੇ, ਤਾਂ ਉਸ ਹਿਸਾਬ ਨਾਲ ਅਗਰ ਉਹ ਚਾਹੁੰਦੇ ਤਾਂ ਆਪਣੀ ਸਰਕਾਰ ਤੋਂ ਪੰਜਾਬ ਬੁਲਾਡੇ ਵਾਸਤੇ ਬਹੁਤ ਕੁਝ ਕਰ ਸਕਦੇ ਸੀ ਜੀ। ਜਿਵੇਂ ਕਿ ਕੋਈ ਸਿਹਤ ਸਹੂਲਤਾਂ ਹੋਣ, ਐਜੂਕੇਸ਼ਨ ਹੋਵੇ, ਕੋਈ ਸੜਕਾਂ ਦਾ ਹੋਵੇ, ਕੋਈ ਹੋਰ ਵਿਕਾਸ ਕਾਰਜ ਹੋਣ, ਪਰੰਤੂ ਉਹ ਜਿਹੜੀ ਛੋਟੀ ਮਾਨਸਿਕਤਾ ਨਾਲ ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਉਹ ਚੱਲੇ। ਤਾਂ ਇਸੇ ਕਰਕੇ ਹੀ ਇਹ ਆਪਣਾ ਜਿਹੜਾ ਰੋਲ ਸੀਗਾ ਉਹ ਸਹੀ ਹਿਸਾਬ ਨਾਲ ਨਹੀਂ ਨਿਭਾ ਪਾਏ। ਫਿਰ ਵੀ ਇੱਕ ਲੇਡੀਜ਼ ਹੋਣ ਦੇ ਨਾਤੇ ਉਹਨਾਂ ਦੇ ਹਸਬੈਂਡ ਨੇ ਉਹ ਬਹੁਤ ਹੀ ਜ਼ਿਆਦਾ ਇਫੈਕਟਿਵ ਨੇ, ਸਾਰੇ ਕੰਮ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰੰਤੂ ਫਿਰ ਵੀ ਤਾਣਾ ਬਾਣਾ ਉਹਨਾਂ ਦਾ ਸਹੀ ਬਣਿਆ ਨਹੀਂ ਹੈ ਪਿਛਲੇ 5 ਸਾਲਾਂ ਦੇ ਦੌਰਾਨ ਜੀ। ਯਾਨੀ ਕਿ ਜੋ ਉਹਨੂੰ ਰੋਲ ਪਲੇ ਕਰਨਾ ਚਾਹੀਦਾ ਸੀ ਉਹ ਨਹੀਂ ਬਣਿਆ, ਉਹ ਨਹੀਂ ਕੀਤਾ ਗਿਆ, ਕਿਉਂਕਿ ਉਹਨਾਂ ਨੂੰ ਲੀਡ ਕਰਨਾ ਚਾਹੀਦਾ ਸੀ ਸ਼ਹਿਰ ਵਿੱਚ ਉਹਨਾਂ ਨੂੰ, ਤਾਂ ਉਹ ਲੀਡਿੰਗ ਜਿਹੜੀ ਹੈਗੀ ਸੀ ਉਹ ਨਹੀਂ ਹੋ ਸਕੀ।
ਜੀ। ਤੇ ਦੂਸਰੀ ਆਪਾਂ ਹੁਣ ਗੱਲ ਕਰ ਰਹੀ ਹੈ ਸਾਡੀ ਜਿਹੜੀ ਮੌਜੂਦਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਬੁੱਧਰਾਮ ਜੀ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਦਾ ਕਿਸ ਤਰ੍ਹਾਂ ਦਾ ਰਿਹਾ? ਬੁੱਧਰਾਮ ਜੀ ਬਹੁਤ ਹੀ ਪੜ੍ਹੇ ਲਿਖੇ ਪ੍ਰਿੰਸੀਪਲ, ਰਿਟਾਇਰ ਪ੍ਰਿੰਸੀਪਲ ਰਹੇ ਨੇ ਤੇ ਬਹੁਤ ਵਧੀਆ ਪਾਰਟੀ ਦੇ ਵਿੱਚ ਉਹ ਜਿੱਤੇ ਸੀਗੇ। ਪਰੰਤੂ ਉਹੀ ਗੱਲ ਆ ਜਾਂਦੀ ਹੈ ਵੀ ਉਹਨਾਂ ਦਾ ਹਰ ਵਾਰੀ ਇਹੀ ਮਸਲਾ ਰਹਿੰਦਾ ਹੈ ਵੀ ਮੈਥੋਂ ਹੁੰਦਾ ਨਹੀਂ, ਮੇਰੀ ਸਰਕਾਰ ਨਹੀਂ। ਇਹ ਜ਼ਰੂਰੀ ਨਹੀਂ ਹੁੰਦਾ, ਜਿਹੜੇ ਐਮਐਲਏ ਦੇ ਇਲੈਕਸ਼ਨ ਨੇ ਇਹ ਐਮਐਲਏ ਦੇ ਇਲੈਕਸ਼ਨ ਨੇ, ਨਾ ਕਿ ਸੀਐਮ ਦੇ ਇਲੈਕਸ਼ਨ ਹੈ। ਅਗਰ ਤੁਹਾਡੀ ਸਰਕਾਰ ਨਹੀਂ ਆਈ, ਕੀ ਪਤਾ ਕੱਲ੍ਹ ਵੀ ਨਾ ਆਵੇ, ਫਿਰ ਤੁਸੀਂ ਕੱਲ੍ਹ ਨੂੰ ਫਿਰ ਇਹੀ ਗੱਲ ਕਹੋਗੇ ਵੀ ਸਾਡੀ ਸਰਕਾਰ ਨੇ ਅਸੀਂ ਨਹੀਂ ਕੁਝ ਕਰ ਸਕਦੇ। ਤੁਸੀਂ ਇੱਕ ਪੜ੍ਹੇ ਲਿਖੇ ਹੋ, ਤੁਹਾਡਾ ਆਪਣਾ ਪੋਟੈਂਸ਼ੀਅਲ ਹੈ, ਤੁਸੀਂ ਇਹ ਕੰਮ ਕਰਨੇ, ਜਿਹੜੇ ਸ਼ਹਿਰ ਦੇ ਕੰਮ ਨੇ ਉਹ ਕਰਨੇ ਚਾਹੀਦੇ ਨੇ। ਪਿਛਲਾ ਪ੍ਰਧਾਨ ਵੀ ਤੁਹਾਡੇ ਸਹਿਯੋਗ ਹੇਠ ਬਣਿਆ, ਇਸ ਵਾਲਾ ਪ੍ਰਧਾਨ ਵੀ ਤੁਹਾਡੇ ਸਹਿਯੋਗ ਹੇਠ ਬਣਿਆ। ਉਹਦੇ ਬਾਵਜੂਦ ਵੀ ਅਗਰ ਤੁਸੀਂ ਕਹਿੰਦੇ ਹੋ ਵੀ ਮੈਂ ਕੁਝ ਕਰ ਨਹੀਂ ਸਕਦਾ ਜਾਂ ਮੈਂ ਤਾਂ ਸਵਾਲ ਚੱਕੂੰਗਾ, ਤਾਂ ਉਹ ਗੱਲਾਂ ਕੁਝ ਹੱਦ ਤੱਕ ਸਹੀ ਨਹੀਂ ਜਾਪਦੀਆਂ। ਮੇਰੇ ਖਿਆਲ ਨਾਲ ਉਹ ਆਪਣੇ ਆਪ ਨੂੰ ਹੁਣ ਵੀ ਪ੍ਰਿੰਸੀਪਲ ਹੀ ਸਮਝਦੇ ਨੇ ਵੀ ਮੈਨੇ ਸਵਾਲ ਹੀ ਪੁੱਛਣਾ ਹੈ। ਹੁਣ ਉਹ ਪ੍ਰਿੰਸੀਪਲ ਨਹੀਂ ਹੈ, ਹੁਣ ਉਹ ਐਮਐਲਏ ਹਨ। ਐਮਐਲਏ ਦੀ ਜਵਾਬਦੇਹੀ ਹੁੰਦੀ ਹੈ, ਨਾ ਕਿ ਸਵਾਲ ਪੁੱਛਣ ਦੀ ਗੱਲ ਹੁੰਦੀ ਹੈ। ਉਹ ਸ਼ਹਿਰ ਦੇ ਪ੍ਰਤੀ ਜਵਾਬਦੇਹ ਹੋਣੇ ਚਾਹੀਦੇ ਨੇ। ਤਾਂ ਹਰ ਗੱਲ ਵਿੱਚ ਇਹ ਤਾਂ ਸਾਡੇ ਵਰਗੇ ਬੰਦੇ ਕਹਿ ਸਕਦੇ ਨੇ ਅਸੀਂ ਸਵਾਲ ਪੁੱਛਾਂਗੇ, ਇਹ ਤਾਂ ਤੁਹਾਨੂੰ ਸਵਾਲ ਪੁੱਛਦੇ ਹਾਂ ਵੀ ਤੁਸੀਂ 5 ਸਾਲ ਹੋ ਗਏ, ਤੁਸੀਂ ਦੋਨੇ ਪ੍ਰਧਾਨ ਤੁਹਾਡੇ ਹੋਣ ਦੇ ਬਾਵਜੂਦ ਵੀ ਤੁਹਾਡੀ ਇੱਕ ਵੀ ਦੱਸੋ ਵੀ ਤੁਸੀਂ ਸ਼ਹਿਰ ਵਾਸਤੇ ਕੀ ਕੀਤਾ। ਤੇ ਮੌਜੂਦਾ ਟਾਈਮ ਦੇ ਵਿੱਚ ਵੀ ਕੱਲ੍ਹ ਉਹਨਾਂ ਦੀ ਇੱਕ ਇੰਟਰਵਿਊ ਆਈ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਸੜਕ ਦਾ ਮੁੱਦਾ ਚੁੱਕਿਆ, ਉਹਦੇ ਵਿੱਚ ਪਰਟੀਕੂਲਰਲੀ ਵੀ ਕਿਹਾ ਵੀ ਦਲਿਤ ਵਾਰਡ ਹੈ। ਤਾਂ ਤੁਸੀਂ ਇਹ ਛੋਟੀ ਮਾਨਸਿਕਤਾ ਨਾਲ ਕੰਮ ਨਾ ਕਰੋ, ਸਾਰਾ ਸ਼ਹਿਰ ਹੀ ਤੁਹਾਡਾ ਹੈ। ਜਨਰਲ ਸਮਾਜ ਲਗਾ ਲਓ, ਦਲਿਤ ਸਮਾਜ ਲਗਾ ਲਓ, ਸਭ ਨੇ ਤੁਹਾਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ। ਤਾਂ ਮੇਰਾ ਕਹਿਣ ਦਾ ਮਤਲਬ ਹੈ ਵੀ ਜਦੋਂ ਵੀ ਕੋਈ ਸੜਕ ਦਾ ਨਿਰਮਾਣ ਚੱਲਦਾ ਹੈ, ਤੁਸੀਂ ਉਦੋਂ ਉਸ 'ਤੇ ਗੌਰ ਕਰੋ। ਉਦੋਂ ਬਾਅਦ ਉਹਦੇ ਪਿੱਛੇ ਕਿੰਤੂ ਪਰੰਤੂ ਕਰਨੀ, ਤਾਂ ਆਪਾਂ ਨੂੰ ਸਿਸਟਮ ਪਤਾ ਹੀ ਹੈ, ਸਿਸਟਮ ਆਪਣਾ ਸਾਰਾ ਕਰਪਟ ਹੈ। ਤਾਂ ਕਰਪਟ ਸਿਸਟਮ ਨੂੰ ਤੁਸੀਂ ਅੱਗੇ ਹੋ ਕੇ ਆਪਣੀ ਲੀਡਿੰਗ ਦੇ ਵਿੱਚ ਆਪਣੀ ਉਪਯੋਗਤਾ ਸਿੱਧ ਕਰਦੇ ਹੋਏ ਇਹਨਾਂ ਦੇ ਠੱਲ ਪਾਈ ਜਾ ਸਕਦੀ ਹੈ, ਨਾ ਕਿ ਇਹਦਾ ਜਵਾਬ ਪੁੱਛਣਗੇ ਵੀ ਅਸੀਂ ਜਵਾਬ ਪੁੱਛਦੇ ਹਾਂ, ਸਵਾਲ ਪੁੱਛਦੇ ਹਾਂ। ਇਹ ਤਾਂ ਆਮ ਲੋਕਾਂ ਦੀ, ਆਮ ਬੰਦਿਆਂ ਦੀ ਗੱਲ ਹੈ ਜੀ। ਜਾਣੀ ਕਿ ਤੁਹਾਨੂੰ ਲੱਗਦਾ ਕਿ ਉਹ ਵੀ ਰੋਲ ਉਹ ਨਹੀਂ ਪਲੇ ਕਰ ਪਾਏ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ। ਅੱਛਾ, ਹੁਣ ਤੀਸਰੀ ਗੱਲ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਡਾਕਟਰ ਨਿਸ਼ਾਨ ਸਿੰਘ ਨੇ ਪਿਛਲੀ ਵਾਰ ਇਹ ਵੀ ਤਿੰਨੇ ਜਾਣੀ ਕਿ ਬਰਾਬਰ ਜੇ ਰਹੇ ਸੀ, ਲਗਭਗ 4-5 ਹਜ਼ਾਰ ਵੋਟ 'ਤੇ ਉਹ ਜਿੱਤੇ ਨੇਗੇ, ਤਾਂ ਉਹ ਵੀ ਬਰਾਬਰ ਦੀਆਂ ਵੋਟਾਂ ਲੈ ਕੇ ਗਏ ਨੇਗੇ ਨੀਅਰ ਅਬਾਊਟ। ਤਾਂ ਉਹਨਾਂ ਦਾ ਰੋਲ ਕੀ ਰਿਹਾ ਸ਼ਹਿਰ ਪ੍ਰਤੀ, ਤੁਹਾਨੂੰ ਕੀ ਲੱਗਦਾ? ਸ਼ਹਿਰ ਪ੍ਰਤੀ ਦੇਖੋ, ਅਕਾਲੀ ਦਲ ਪਿਛਲੇ ਇਲੈਕਸ਼ਨ ਦੇ ਵਿੱਚ ਨਹੀਂ ਕੋਈ ਪਰਫਾਰਮੈਂਸ ਕਰ ਪਾਈ, ਠੀਕ ਹੈ। ਤੇ ਨਿਸ਼ਾਨ ਸਿੰਘ ਜੀ ਦੀ ਪਰਟੀਕੂਲਰ ਗੱਲ ਇਹ ਸੀ ਵੀ ਜਦੋਂ ਮੈਂ ਐਮਐਲਏ ਬਣ ਜਾਊਂਗਾ ਤਾਂ ਮੈਂ ਬੁਲਾਡੇ ਵਿੱਚ ਇੱਕ ਹਸਪੀਟਲ ਖੋਲੂੰਗਾ। ਮੈਂ ਨਹੀਂ ਚਾਹੁੰਦਾ ਹੈਗਾ ਵੀ ਇਹ ਗੱਲ ਆਪਾਂ ਨੂੰ ਦੁਬਾਰਾ ਕਰਨੀ ਚਾਹੀਦੀ ਹੈ ਵੀ ਜਿਹੜੇ ਨਿਸ਼ਾਨ ਸਿੰਘ ਜੀ ਸੀਗੇ, ਹਾਰਨ ਦੇ ਬਾਵਜੂਦ ਵੀ ਉਹ ਹਸਪੀਟਲ ਖੋਲ੍ਹ ਸਕਦੇ ਸੀ ਜਾਂ ਸ਼ਹਿਰ ਨੂੰ ਕੋਈ ਸਹੂਲਤਾਂ ਦੇ ਸਕਦੇ ਸੀਗੇ। ਉਹ ਵੀ ਆਪਣੇ ਇਸ ਕੰਮ ਦੇ ਵਿੱਚ ਸਫਲ ਨਹੀਂ ਹੋ ਪਾਏ ਤੇ ਉਹਨਾਂ ਨੇ ਵੀ ਸ਼ਹਿਰ ਨੂੰ ਮਤਲਬ ਅਣਗੌਲਿਆ ਹੀ ਸਮਝਿਆ ਹੈ। ਜੀ ਜੀ, ਬਿਲਕੁਲ। ਕੁਝ ਲੋਕ ਇਹ ਵੀ ਕਹਿੰਦੇ ਇਹਨਾਂ ਬਾਰੇ ਕਿ ਮਤਲਬ 4.5 ਸਾਲ ਹੁਣ, ਹਾਲਾਂਕਿ ਉਹ ਪ੍ਰਦਰਸ਼ਨ ਵੀ ਕਰ ਰਹੇ ਨੇ, ਕਈ ਧਰਨੇ ਵੀ ਲਾ ਰਹੇ ਨੇ, ਉਸ ਤੋਂ ਪਹਿਲਾਂ ਕੁਝ ਇਹਨਾਂ ਦਾ ਇੱਦਾਂ ਦਾ ਉਹਨਾਂ ਨੇ ਨਹੀਂ ਕੀਤਾ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਸ਼ਹਿਰ ਦੇ ਲਈ। ਤੇ ਉਹਨਾਂ ਦਾ ਰੋਲ ਵੀ ਤੁਹਾਡੇ ਮੁਤਾਬਕ ਕਿ ਜੋ ਹੋਣਾ ਚਾਹੀਦਾ, ਅਗਰ ਤੁਸੀਂ ਪੋਲੀਟੀਕਲ ਫੀਲਡ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਨਿਰੋਲ ਪੋਲੀਟੀਕਲ ਹੀ ਕੰਮ ਕਰਨਾ ਚਾਹੀਦਾ। ਅਗਰ ਤੁਸੀਂ ਆਪਣੇ ਹੋਰ ਕੰਮਾਂ ਵਿੱਚ ਬਿਜ਼ੀ ਹੋ, ਉਹਦੇ ਨਾਲ ਤੁਸੀਂ ਪੋਲੀਟੀਕਲ ਸਿਸਟਮ ਨੂੰ ਬਾਈਪਾਸ ਕਰਕੇ ਕੰਮ ਕਰ ਰਹੇ ਹੋ, ਤਾਂ ਤੁਸੀਂ ਲੋਕਾਂ ਨਾਲ ਕੋਈ ਮਤਲਬ ਵਿਸ਼ਵਾਸ ਨਾਲ, ਲੋਕਾਂ ਦੇ ਵਿਸ਼ਵਾਸਘਾਤ ਕਰ ਰਹੇ ਹੋ ਤੁਸੀਂ ਲੋਕਾਂ ਨਾਲ। ਜੇ ਤੁਸੀਂ ਇਹ ਕੰਮ ਕਰਦੇ ਹੋ ਤਾਂ ਲੋਕਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਪੂਰੇ ਦਾ ਪੂਰਾ ਲੋਕਾਂ ਪ੍ਰਤੀ ਸਮਰਪਿਤ ਹੀ ਹੋਣਾ ਚਾਹੀਦਾ ਹੈ। ਅੱਛਾ ਹਰਸ਼ਵਰਧਨ ਜੀ, ਇੱਕ ਚੀਜ਼ ਹੋਰ ਅਕਾਲੀ ਦਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਤੁਸੀਂ ਵੀ ਸ਼ਾਇਦ ਗੌਰ ਕੀਤਾ ਹੋਵੇਗਾ ਕਿ ਅਕਾਲੀ ਦਲ ਦਾ ਇੱਕ ਵੱਡਾ ਧੜਾ ਉਹ ਡਾਕਟਰ ਨਿਸ਼ਾਨ ਸਿੰਘ ਦੇ ਨਾਲ ਨਹੀਂ ਚੱਲ ਰਿਹਾ ਹੈਗਾ। ਜੋ ਹੁਣ ਦਫ਼ਤਰ ਦਾ ਉਦਘਾਟਨ ਵੀ ਹੈ, ਉੱਥੇ ਵੀ ਉਹ ਧੜਾ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਿਆ। ਤੁਹਾਨੂੰ ਕੀ ਲੱਗਦਾ ਕਿ ਇਹ ਵੀ ਕੋਈ ਅਸਰ ਪਾਊਗਾ ਮੌਜੂਦਾ ਹਾਲਾਤਾਂ 'ਚ? ਕਮਲ ਜੀ, ਇਹ ਹੈ ਪੋਲਿਟਿਕਸ ਦੇ ਵਿੱਚ ਹਰੇਕ ਬੰਦੇ ਦੇ ਆਪਣੇ ਆਪਣੇ ਧੜੇਬਾਜ਼ੀ, ਗਰੁੱਪਿਜ਼ਮ ਹਰੇਕ ਪਾਰਟੀ ਦਾ, ਹਰੇਕ ਬੰਦੇ ਦਾ ਹੁੰਦਾ ਜੀ। ਅਗਰ ਆਪਾਂ ਲਈਏ ਵੀ ਕਾਂਗਰਸ ਹੈ, ਕਾਂਗਰਸ ਦੇ ਵਿੱਚ ਵੀ ਅੱਜ ਧੜੇਬੰਦੀ ਹੈ। ਤਾਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਣ ਨੂੰ ਮਿਲਿਆ ਵੀ ਇੱਕ ਸੰਭਾਵੀ ਉਮੀਦਵਾਰ ਹੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਰੱਖਿਆ, ਆਪਣਾ ਰਿਕਸ਼ਾ ਲਾ ਕੇ, ਸਪੀਕਰ ਲਾ ਕੇ, ਪਹਿਲੀ ਵਾਰੀ ਹੋਏ। ਕਾਂਗਰਸ ਕਲਚਰ ਦਾ ਪਹਿਲੀ ਵਾਰੀ ਗੱਲ ਹੋਈ ਹੈ। ਤਾਂ ਕਹਿਣ ਦਾ ਮਤਲਬ ਵੀ ਇਹ ਨਹੀਂ ਹੈਗਾ ਵੀ ਇਕੱਲਾ ਨਿਸ਼ਾਨ ਸਿੰਘ ਹੀ ਲਗਾ ਲਓ ਜਾਂ ਅਕਾਲੀ ਦਲ ਹੀ ਲਗਾ ਲਓ, ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਵਿੱਚ ਗਰੁੱਪਿਜ਼ਮ ਹੈਗਾ। ਜਿਹੜਾ ਇਹ ਅਕਾਲੀ ਦਲ ਹੈ, ਇਹਦੇ ਵਿੱਚ ਗਰੁੱਪਿਜ਼ਮ ਇਸ ਲਈ ਵਧਿਆ ਕਿਉਂਕਿ ਜੋ ਉੱਪਰਲੀਆਂ ਪਾਰਟੀਆਂ ਹੈਗੀਆਂ ਨੇ, ਉੱਪਰਲਾ ਜਿਹੜਾ ਇਹਨਾਂ ਦਾ ਸੰਗਠਨ ਹੈਗਾ, ਉਹ ਕਿਤੇ ਨਾ ਕਿਤੇ ਜਿਹੜਾ ਇਹ ਇੱਕ ਵਿਰੋਧੀ ਧਿਰ ਖੜੀ ਹੋਈ ਹੈ ਅਕਾਲੀ ਦਲ ਦੀ, ਉਹਦੇ ਨਾਲ ਚੰਗੀ ਤਰ੍ਹਾਂ ਸੰਪਰਕ ਵਿੱਚ ਨਹੀਂ ਹੈਗਾ। ਤਾਂ ਚਾਹੇ ਇਹਨੂੰ ਤੁਸੀਂ ਪੈਸੇ ਦੀ ਰਾਜਨੀਤੀ ਕਹਿ ਸਕਦੇ ਹੋ
ਜਾਂ ਜਗੀਰਦਾਰਾ ਟਾਈਪ ਦਾ ਸਿਸਟਮ ਹੁੰਦਾ ਉਹ ਕਹਿ ਸਕਦੇ ਹੋ। ਸਮੇਂ ਆਉਣ 'ਤੇ ਇਹ ਗੱਲ ਬਾਰੇ ਦੱਸਿਆ ਜਾਊਗਾ। ਹਾਂ, ਇਹ ਗੱਲ ਥੋੜ੍ਹੀ ਸਹੀ ਹੈ ਵੀ ਕੱਲ ਜਿਹੜਾ ਫੰਕਸ਼ਨ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਸੀ ਤੇ ਨਹੀਂ ਆਏ ਹੈਗੇ। ਕਿਤੇ ਨਾ ਕਿਤੇ ਅਕਾਲੀ ਦਲ ਵਿੱਚ ਫੁੱਟ ਦਾ ਜਿਹੜਾ ਹੈਗਾ ਇਹ ਵੀ ਗੱਲ ਵੱਜ ਚੁੱਕਿਆ ਹੈ, ਤਾਂ ਇਹੀ ਵੀ ਕਾਰਨ ਹੋ ਸਕਦਾ ਵੀ ਅਸਰ ਪਾਏਗਾ ਆਉਣ ਵਾਲੀਆਂ ਵਿਧਾਨ ਸਭਾ ਆਉਣ ਵਾਲੀਆਂ ਪਾਰਟੀਆਂ ਦੇ ਵਿੱਚ ਜਿਹੜਾ ਇਲੈਕਸ਼ਨ ਹੋਏਗਾ। ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਵੇਂ ਨਕਈ ਸਾਹਿਬ ਚਲੇ ਗਏ ਹੈ, ਤਾਂ ਨਕਈ ਸਾਹਿਬ ਦੇ ਨਾਲ ਕਈ ਲੋਕਾਂ ਦਾ ਰਾਬਤਾ ਹੈ, ਤਾਂ ਉਸ ਲੱਗਦਾ ਹੈ ਜਿਵੇਂ ਹੁਣ ਕੈਪਟਨ ਸਾਹਿਬ ਚਲੇ ਗਏ, ਕੈਪਟਨ ਸਾਹਿਬ ਨਾਲ ਜਿਹੜੀ ਲੋਕਲ ਲੀਡਰਸ਼ਿਪ ਕਾਂਗਰਸ ਦਾ ਕੋਈ ਰਾਬਤਾ ਹੈ ਤਾਂ ਕੈਪਟਨ ਸਾਹਿਬ ਨਾਲ ਜਾਣਗੇ। ਤਾਂ ਇਹ ਸਮੇਂ ਦਾ ਹਿਸਾਬ ਨਾਲ ਲਗਾ ਲਓ ਜਾਂ ਰਾਜਨੀਤਿਕ ਜਿਹੜੀ ਸਥਿਤੀ ਹੈ ਉਹਦੇ ਨਾਲ, ਤਾਂ ਇਹ ਹੁੰਦਾ ਹੀ ਹੈ। ਇਸ ਵਿੱਚ ਕੋਈ ਬਿਲਕੁਲ ਸਹੀ ਗੱਲ ਹੈ। ਤੇ ਹੁਣ ਚੌਥੀ ਜਿਹੜੀ ਪਾਰਟੀ ਹੈਗੀ ਹੁਣ ਉਹ ਬੀਜੇਪੀ, ਕਿਉਂਕਿ ਬੁਢਲਾਡਾ 'ਚ ਇਹ ਵੀ ਲੋਕਲ ਲੈਵਲ 'ਤੇ ਕਾਫੀ ਸਰਗਰਮ ਪਾਰਟੀ ਹੈ, ਕਾਫੀ ਅਹੁਦੇਦਾਰ ਇੱਥੇ ਲੋਕਲ ਲੈਵਲ 'ਤੇ ਹੈਗੇ ਨੇਗੇ। ਤੇ ਹੁਣ ਜਦੋਂ ਬੀਜੇਪੀ ਦੀ ਗੱਲ ਕਰਦੇ ਹਾਂ, ਤੁਹਾਨੂੰ ਕੀ ਲੱਗਦਾ ਬੀਜੇਪੀ ਦੀ ਸੈਂਟਰ ਦੇ ਵਿੱਚ ਵੀ ਸਰਕਾਰ ਹੈਗੀ ਹੈ, ਤੇ ਬੀਜੇਪੀ ਦਾ ਬੁਢਲਾਡਾ ਸ਼ਹਿਰ ਦੇ ਵਿਕਾਸ ਦੇ ਵਿੱਚ ਲਾ ਲਓ ਜਾਂ ਬੁਢਲਾਡਾ ਸ਼ਹਿਰ ਦੇ ਨਾਲ ਸੰਬੰਧਿਤ ਹਰੇਕ ਮਾਮਲੇ 'ਤੇ ਲਾ ਲਓ, ਕੀ ਰੋਲ ਹੈ? ਬੀਜੇਪੀ ਅਗਰ ਅੱਜ ਤੋਂ ਲਾਈਏ 25-30 ਸਾਲ ਪਹਿਲਾਂ, ਉਸ ਟਾਈਮ ਬੀਜੇਪੀ ਦੇ ਹਿਤਬਲਾਸ਼ੀ ਜੀ ਪ੍ਰਧਾਨ ਰਹੇ। ਉਸ ਤੋਂ ਬਾਅਦ ਉਹਨਾਂ ਨੇ ਬੀਜੇਪੀ ਦੀਆਂ ਉੱਪਰਲੀਆਂ ਪੌੜੀਆਂ ਨੂੰ, ਸਿਖਰਾਂ ਨੂੰ ਵੀ ਸਿਖਰਾਂ 'ਤੇ ਵੀ ਰਹੇ। ਤਾਂ ਕਹਿਣ ਦਾ ਮਤਲਬ ਹੈ ਵੀ ਅੱਜ ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਸਭ ਤੋਂ ਚੌਥੇ ਨੰਬਰ ਦੀ ਪਾਰਟੀ ਹੈ ਤੇ ਹਲੇ ਇਹ ਇਨੀਸ਼ੀਅਲ ਸਟੇਜ ਦੇ ਉੱਤੇ ਹੈ। ਤਾਂ ਆਉਣ ਵਾਲੇ 30-40 ਦਿਨਾਂ ਬਾਅਦ ਆਪਾਂ ਕੁਝ ਕਹਿ ਸਕਦੇ ਹਾਂ ਇਸ ਬਾਰੇ, ਜਿਵੇਂ ਜਿਵੇਂ ਕੋਈ ਇਲੈਕਸ਼ਨ ਦਾ ਰੂਪ ਰੇਖਾ ਵਧੂਗੀ ਵੀ ਬੀਜੇਪੀ ਕਿੱਥੇ ਸਟੈਂਡ ਕਰਦੀ ਹੈ। ਅੱਜ ਦੀ ਡੇਟ ਦੇ ਵਿੱਚ ਬੀਜੇਪੀ ਫਰੰਟ ਫੁੱਟ ਤੇ ਨਹੀਂ ਹੈਗੀ, ਬਿਲਕੁਲ ਬੈਕ ਫੁੱਟ ਦੇ ਉੱਤੇ ਹੈ। ਸਮੇਂ ਨਾਲ ਪਤਾ ਲੱਗਣਾ ਵੀ ਇਹਦਾ ਕੀ ਬਣਦਾ ਹੈ। ਅੱਛਾ, ਇਹ ਦੱਸੋ ਕਿ ਜਿਸ ਤਰ੍ਹਾਂ ਕਿ ਹੁਣ ਗੱਲ ਹੋ ਰਹੀ ਹੈ ਕਿ ਸ਼ਾਇਦ ਜਿਹੜੀ ਇਹ ਵਾਲੀ ਸੀਟ ਹੈ ਆਪਣੀ ਬੁਢਲਾਡਾ ਦੀ ਸੀਟ ਹੈ, ਇਹ ਜਿਸ ਤਰ੍ਹਾਂ ਸਮਝੌਤਾ ਕੈਪਟਨ ਦੇ ਨਾਲ ਹੈਗਾ ਤੇ ਇਹ ਕੈਪਟਨ ਦੇ ਖੇਮੇ 'ਚ ਜਾ ਸਕਦੀ ਹੈ ਸੀਟ। ਸੁਣਨ ਦੇ ਵਿੱਚ ਕਿਆਸਕਾਰੀਆਂ ਇਹੀ ਨੇ ਵੀ ਕੈਪਟਨ ਸਾਹਿਬ ਦੇ ਨਾਲ ਇਹਨਾਂ ਦਾ ਰਾਬਤਾ ਕਾਇਮ ਹੈ ਤੇ ਕੈਪਟਨ ਸਾਹਿਬ ਹੀ ਆਪਣਾ ਉਰੇ ਕੋਈ ਨਾ ਕੋਈ ਆਪਣਾ ਕੈਂਡੀਡੇਟ ਦੇਣਗੇ। ਤਾਂ ਹੋ ਸਕਦਾ ਹੈ, ਕਿਉਂਕਿ ਹਰ ਕੌਂਸਟੀਚੁਐਂਸੀ ਵਿੱਚ ਘੱਟ ਤੋਂ ਘੱਟ ਕੈਪਟਨ ਸਾਹਿਬ ਕੋਲੇ 5000 ਵੋਟ ਤਾਂ ਹਰ ਕੌਂਸਟੀਚੁਐਂਸੀ ਵਿੱਚ ਹੈਗੀ ਹੈ ਉਹਨਾਂ ਦੀ ਆਪਣੀ ਪਰਸਨਲ। ਉਹ ਇਹਨਾਂ ਨੂੰ ਇੱਕ ਬਹੁਤ ਵੱਡਾ ਐਜ ਹੈ ਤੇ ਆਪਣਾ ਜਿਹੜਾ ਏਰੀਆ ਹੈ ਕਾਂਗਰਸ ਡੋਮੀਨੇਟ ਹੈ, ਤਾਂ ਇਸ ਕਰਕੇ ਹੋ ਸਕਦਾ ਵੀ ਕੈਪਟਨ ਸਾਹਿਬ ਇਹ ਉਰੋਂ ਆਪਣਾ ਕੋਈ ਨਾ ਕੋਈ ਕੈਂਡੀਡੇਟ ਦੇਣ ਜੀ। ਅੱਛਾ, ਆਪਾਂ ਪਾਰਟੀਆਂ ਦੀ ਗੱਲ ਕਰ ਰਹੀ, ਹੁਣ ਬੁਢਲਾਡੇ ਸ਼ਹਿਰ ਦੀ ਹੋਰ ਗੱਲ ਕਰ ਰਹੀ ਹੈ। ਜਿਸ ਤਰ੍ਹਾਂ ਬੁਢਲਾਡੇ ਦੇ ਵਿਕਾਸ ਕਾਰਜ ਤੁਸੀਂ ਵੀ ਅਕਸਰ ਪੋਸਟਾਂ ਦੇ ਵਿੱਚ ਲਿਖਦੇ ਹੋ ਕਿ ਕਾਫੀ ਅਧੂਰੇ ਨੇ, ਔਰ ਜੋ ਸਾਡੇ ਐਸਡੀਐਮ ਸਾਹਿਬ ਸਾਗਰ ਸੇਤੀਆ ਜਿਹਨੇ ਸ਼ੁਰੂ ਕੀਤੇ ਸੀ, ਕਾਫੀ ਵੱਡੇ ਲੈਵਲ 'ਤੇ ਮਤਲਬ ਕੰਮ ਹੋਏ ਸੀਗੇ, ਕਾਫੀ ਚੰਗੀ ਪੱਧਰ 'ਤੇ ਕੰਮ ਸ਼ੁਰੂ ਹੋਏ ਸੀਗੇ। ਪਾਮ ਸਟਰੀਟ ਵੀ ਬਣਨੀ ਸੀਗੀ, ਹੋਰ ਸਾਰੀਆਂ ਸੜਕਾਂ ਦਾ ਨਿਰਮਾਣ ਵੀ ਸ਼ੁਰੂ ਹੋਇਆ ਵੀ। ਅਤੇ ਕੀ ਲੱਗਦਾ ਤੁਹਾਨੂੰ ਉਹਨਾਂ ਦੇ ਜਾਣ ਤੋਂ ਬਾਅਦ ਇਹ ਕੰਮਾਂ 'ਚ ਥੋੜ੍ਹੀ ਸੁਸਤੀ ਆਈ ਹੈ? ਉਹਨਾਂ ਦੇ ਜਾਣ ਤੋਂ ਬਾਅਦ ਸੁਸਤੀ ਨਹੀਂ ਆਈ ਹੈ, ਉਹਨਾਂ ਦੇ ਜਾਣ ਤੋਂ ਬਾਅਦ ਸਾਰਾ ਕੰਮ ਹੀ ਖੜ੍ਹ ਚੁੱਕਿਆ ਹੈ। ਤਾਂ ਕਮਲ ਜੀ, ਮੈਂ ਤੁਹਾਨੂੰ ਗੱਲ ਦੱਸਾਂ ਵੀ ਸਰਕਾਰ ਨੇ ਪਿੱਛੇ ਜੇ 15 ਕਰੋੜ ਰੁਪਇਆ ਹਰ ਕੌਂਸਟੀਚੁਐਂਸੀ ਨੂੰ ਦਿੱਤਾ ਹੈ। ਪੰਜਾਬ ਸਰਕਾਰ ਨੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਇਕੱਲਾ ਬੁਢਲਾਡਾ ਹੀ ਇਹ ਏਰੀਆ ਹੈ ਜਿੱਥੇ ਉਹ 15 ਕਰੋੜ ਰੁਪਏ ਲੱਗਦਾ ਨਹੀਂ ਮੈਨੂੰ ਵੀ ਉਰੇ ਬੁਢਲਾਡੇ ਵਿੱਚ ਲੱਗੇਗਾ, ਕਿਉਂਕਿ 2-4 ਦਿਨਾਂ ਬਾਅਦ ਚੋਣ ਜਾਬਤਾ ਲੱਗ ਜਾਣਾ, ਉਹ ਪੈਸਾ ਵਾਪਸ ਚਲਾ ਜਾਣਾ। ਇਹ ਸਿਰਫ ਇਸ ਕਰਕੇ ਹੀ ਹੈ ਵੀ ਜਿਹੜੇ ਉਰੇ ਦੇ ਰਾਜਨੀਤਿਕ ਲੋਕ ਨੇ, ਰਾਜਨੀਤਿਕ ਪਾਰਟੀਆਂ ਦੇ ਵਿੱਚ ਲਾ ਲਓ ਜਾਂ ਉਹਨਾਂ ਦੀ ਆਪਣੀ ਹੈ, ਉਹ ਸਿਰਫ ਆਪਣੇ ਤੱਕ ਹੀ ਸੀਮਿਤ ਹਨ। ਉਹ ਪਬਲਿਕ ਵਾਸਤੇ ਉਹਨਾਂ ਨੇ ਕੁਝ ਨਹੀਂ ਲੈਣਾ ਹੈਗਾ। ਅਗਰ ਲਾਈਏ ਆਪਾਂ ਮੌੜ ਦੇ ਵਿੱਚ 15 ਕਰੋੜ ਰੁਪਏ ਲੱਗ ਚੁੱਕਿਆ ਹੈ, ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਦੇ ਹੱਥੋਂ 15 ਕਰੋੜ ਰੁਪਏ ਖਰਚ ਹੋ ਚੁੱਕਿਆ ਹੈ। ਬੁਢਲਾਡੇ ਵਿੱਚ ਮੈਨੂੰ ਲੱਗਦਾ ਵੀ ਉਹ ਪੈਸਾ ਸਾਰਾ ਵਾਪਸ ਜਾਊਗਾ। ਇਹ ਜਿਹੜੀ ਕਮੀਆਂ ਨੇ ਇਹ ਤੁਸੀਂ ਹਲਕਾ ਇੰਚਾਰਜ ਦੀ ਕਹਿ ਸਕਦੇ ਹੋ, ਤੁਸੀਂ ਨਵਾਂ ਕੈਂਡੀਡੇਟ ਮੀਆਂ ਆਈ ਹੈ ਉਹਦੀ ਕਹਿ ਸਕਦੇ ਹੋ, ਚੰਨੀ ਸਾਹਿਬ ਦੀ ਕਹਿ ਸਕਦੇ ਹੋ, ਕਿਸੇ ਦੀ ਵੀ ਕਹਿ ਸਕਦੇ ਹੋ। ਕਹਿਣ ਦਾ ਮਤਲਬ ਹੈ ਵੀ ਉਰੇ ਜਿਹੜੇ ਰਾਜਨੀਤਿਕ ਲੋਕ ਨੇ ਸਿਰਫ ਆਪਣੇ ਤੋਂ ਆਪਣੇ ਨਾਲ ਹੀ ਸੀਮਿਤ ਨੇ, ਲੋਕਾਂ ਨਾਲ ਉਹਨਾਂ ਕੋਈ ਧਿਆਨ ਨਹੀਂ ਹੈਗਾ। ਜੀ, ਜਿਵੇਂ ਇੱਕ ਐਗਜ਼ਾਮਪਲ ਅਕਸਰ ਦਿੱਤੀ ਜਾਂਦੀ ਹੈ ਕਿ ਮੇਰੇ ਘਰ ਦੀ ਕੰਧ ਢਹਿੰਦੀ ਹੈ, ਢਹਿ ਜੇ ਪਰ ਗਵਾਂਢੀ ਦੇ ਛਾਂ ਨਾ ਹੋ ਜੇ। ਬਸ ਉਹੀ ਗੱਲ ਕੁਝ ਉੱਦਾਂ ਦੀ ਮਤਲਬ ਮਾਨਸਿਕਤਾ ਸਾਡੇ ਲੀਡਰਾਂ ਦੀ ਮਾਨਸਿਕਤਾ ਹੈ, ਤਾਂ ਸ਼ਾਇਦ ਸਾਡੇ ਸ਼ਹਿਰ ਦਾ ਭਲਾ ਨਹੀਂ ਹੋ ਪਾ ਰਿਹਾ। ਤੇ ਤੁਹਾਨੂੰ ਲੱਗਦਾ ਕੀ ਹੁਣ ਕਿਹੜੀ ਪਾਰਟੀ ਸੰਵਾਰ ਸਕਦੀ ਹੈ ਬੁਢਲਾਡੇ ਸ਼ਹਿਰ ਦੀ ਕਾਇਆ? ਬੁਢਲਾਡੇ ਸ਼ਹਿਰ ਦੀ ਕਾਇਆ ਬੁਢਲਾਡੇ ਦੇ ਲੋਕ ਹੀ ਸੰਵਾਰ ਸਕਦੇ ਹਨ, ਕੋਈ ਪਾਰਟੀ ਨਹੀਂ ਸੰਵਾਰ ਸਕਦੀ। ਲੋਕਾਂ ਨੂੰ ਹੀ ਅੱਗੇ ਆਉਣਾ ਪੈਣਾ ਹੈ। ਜਿਸ ਤਰ੍ਹਾਂ ਪਹਿਲਾਂ ਵੀ ਨਗਰ ਸੁਧਾਰ ਸਭਾ ਨੇ ਕਾਫੀ ਕੰਮ ਕੀਤੇ ਹੈ, ਉਸੇ ਤਰ੍ਹਾਂ ਹੀ ਲੋਕਾਂ ਨੂੰ ਅੱਗੇ ਆ ਕੇ ਆਪਣੇ ਜਿਹੜੀਆਂ ਗੱਲਾਂ ਨੇਗੀਆਂ ਉਹ ਲੀਡਰਾਂ ਤੱਕ, ਆਪਣੇ ਗੱਲਾਂ ਜਿਹੜੀਆਂ ਉਮੀਦਵਾਰਾਂ ਤੱਕ, ਉਦੋਂ ਬਾਅਦ ਜਿੱਤੇ ਹੋਏ ਐਮਐਲਏ ਤੱਕ ਪਹੁੰਚਾਉਣੀਆਂ ਚਾਹੀਦੀਆਂ। ਕਿਉਂ ਕੋਈ ਵੀ ਲੀਡਰ ਜਿਹੜਾ ਹੈਗਾ ਬੁਢਲਾਡੇ ਵਾਸਤੇ ਅੱਜ ਦੀ ਡੇਟ ਦੇ ਵਿੱਚ ਫੇਥਫੁਲ ਨਹੀਂ ਹੈਗਾ। ਕੋਈ ਵੀ ਲੀਡਰ ਫੇਥਫੁਲ ਨਹੀਂ ਹੈਗਾ। ਫਿਰ ਲੀਡਰ ਤੋਂ ਇਲਾਵਾ ਫਿਰ ਲੋਕਾਂ ਲਈ ਕੀ ਰਸਤਾ ਹੈ? ਲੋਕ ਜਿਵੇਂ ਨਗਰ ਸੁਧਾਰ ਸਭਾ ਬਣੀ ਹੈ, ਇਹ ਸਾਰੇ ਲੋਕ ਇਕੱਠੇ ਹੋਣ, ਇੱਕ ਪਲੇਟਫਾਰਮ 'ਤੇ ਆਉਣ, ਉਹਨਾਂ ਨੂੰ ਕਹਿਣ ਵੀ ਸਾਡੇ ਵਾਸਤੇ ਦੱਸੋ ਤੁਸੀਂ ਕੀ ਕੀਤਾ। ਉਹ ਲੋਕ ਮਤਲਬ ਉਹਨਾਂ ਦਾ ਸਵਾਲ ਪੁੱਛਣ, ਉਹਨਾਂ ਦਾ ਜਵਾਬ ਮੰਗਣ, ਫਿਰ ਹੀ ਕੁਝ ਮਸਲਾ ਹੱਲ ਹੋ ਸਕਦਾ। ਕਿਉਂਕਿ ਲੀਡਰਾਂ ਨੂੰ ਆਪਣੇ ਨੂੰ ਡਰ ਨਹੀਂ ਹੈਗਾ ਕਿਸੇ ਦਾ ਵੀ। ਅਗਲਾ ਕਹਿੰਦਾ ਭੌਂਕਦੇ ਨੇ, ਭੌਂਕੀ ਜਾਂਦੇ, ਪਬਲਿਕ ਦਾ ਰੌਲਾ ਹੀ ਪਾਉਂਦੀ ਹੁੰਦੀ ਹੈ। ਤਾਂ ਇਹੀ ਥੋੜ੍ਹੀ ਜਿਹੀ ਮਾਨਸਿਕਤਾ ਬਣੀ ਹੋਈ ਹੈ। ਜੀ,
ਤਾਂ ਕਾਫੀ ਵਧੀਆ ਗੱਲਾਂ ਤੁਸੀਂ ਖੋਲ ਕੇ ਦੱਸੀਆਂ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਹਰਸ਼ਵਰਧਨ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਤਾਂ ਦੋਸਤੋ, ਮਿਲਦੇ ਹਾਂ ਅਗਲੀ ਕਿਸੇ ਹੋਰ ਵੀਡੀਓ 'ਚ, ਕਰਾਂਗੇ ਫਿਰ ਚਰਚਾ ਵਿਧਾਨ ਸਭਾ ਚੋਣਾਂ ਦੀ। ਸਤਿ ਸ਼੍ਰੀ ਅਕਾਲ। ਜੈ ਸ਼੍ਰੀ ਰਾਮ ਨਮਸਕਾਰ। ਜੀ।